औज़ुबिल्लाहि मिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तक़ीन अस्सलातु वस्सलामु अला रसूलिहिल करीम। दोस्तों अस्सलाम वालेकुम। डॉक्टर नसीर कालों हाज़र CNP न्यूज़। दोस्तों तुसां सुनिया होना कि 2 दिन लगातार तेल दे विच कीमत घटाई आ। एक दिन को चंद पैसे घटाई, एक दिन 1 रुपया घटाई, एक दिन 1.5 रुपया घटाई आ। और जो ਵਧਾਉਂਦੇ ਨੇ ਉਦੋਂ ਮਾਸ਼ਾਅੱਲਾ 10 ਰੁਪਏ 20 ਰੁਪਏ 30 ਰੁਪਏ ਇੱਕ ਦਿਨ ਚ ਵਧਾਈ ਜਾਂਦੇ ਨੇ। ਯਾਨੀ ਵਧਾਉਂਦੇ ਆ ਇਹਨਾਂ ਦੀ ਸਪੀਡ ਹੁੰਦੀ ਆ ਖਰਗੋਸ਼ ਵਾਲੀ ਔਰ ਘਟਾਉਂਦੇ ਆ ਸਪੀਡ ਹੁੰਦੀ ਆ ਕੱਛੂ ਵਾਲੀ। ਸ਼ਾਇਦ ਇਹਨਾਂ ਨੇ ਦੋਨੋਂ ਹੀ 72 ਜਿਹੜੇ ਰੱਖੇ ਨੇ ਕੋਲ ਹੀ ਕਿ ਜੇ ਤੰਗ ਕਰਨਾ ਤਾਂ ਅਗਲੇ ਨੂੰ ਇੰਨੀ ਸਪੀਡ ਤੇ ਕਰੋ, ਅਗਰ ਕਿਸੇ ਨੂੰ ਸਹੂਲਤ ਦੇਣੀ ਹੈ ਤੇ ਇਸ ਤਰਤੀਬ ਤੇ ਕਰੋ, ਇਸ ਸਪੀਡ ਤੇ ਕਰੋ। ਬਾਹਰ ਅੱਲਾਹ ਹਦਾਇਤ ਦੇ ਇਹਨਾਂ ਨੂੰ, ਕਿਉਂਕਿ ਦੁਨੀਆ ਦੇ ਵਿੱਚ ਸਾਡੇ ਕਮ ਸੇ ਕਮ ਇਸ ਹਲਕੇ ਦੇ ਵਿੱਚ ਸਾਡੇ ਜਿਹੜਾ ਹੈ ਬਰੇ ਸਗੀਰ ਜਾਂ ਏਸ਼ੀਆ ਦਾ ਜਿਹੜਾ ਇਲਾਕਾ ਜਿੱਥੇ ਅਸੀਂ ਰਹਿ ਰਹੇ ਹਾਂ, ਸਭ ਤੋਂ ਮਹਿੰਗਾ ਤੇਲ ਪਾਕਿਸਤਾਨ 'ਚ। ਔਰ ਸਾਡੀ ਹੁਕੂਮਤ ਉਹਨੂੰ ਥੱਲੇ ਲਿਆਉਣਾ ਹੀ ਨਹੀਂ ਚਾਹੁੰਦੀ, ਕਿਉਂਕਿ ਸਾਰੇ ਰਿਸੋਰਸਿਸ ਇਕੱਠੇ ਕਰਨੇ, ਸਾਰੇ ਟੈਕਸਸ ਇਕੱਠੇ ਕਹਿੰਦੇ ਤੇਲ ਤੋਂ ਕਰਨੇ ਤੇ ਬਿਜਲੀ ਤੋਂ ਕਰਨੇ। ਚਲੋ ਤੇਲ ਤੋਂ ਕਰਦਿਆਂ ਨਾਲ ਹੁਣ ਅੱਜ ਮੈਂ ਸੁਣ ਰਿਹਾ ਸਾਂ ਕਿ 75 ਪੈਸੇ ਬਿਜਲੀ ਦਾ ਯੂਨਿਟ ਵੀ ਵਧਾ ਦਿੱਤਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਨਵਾਜ਼ ਸਾਹਿਬ ਤੁਹਾਨੂੰ ਮਾਸ਼ਾਅੱਲਾ ਮੁਬਾਰਕ ਹੋਵੇ। ਸਾਡੀ ਗਵਰਨਮੈਂਟ ਨੂੰ 75 ਪੈਸੇ ਫੀ ਯੂਨਿਟ ਦਾ ਇਜ਼ਾਫਾ ਮਿਲ ਜਾਏਗਾ ਅਗਲੇ ਮਹੀਨੇ ਤੋਂ ਸ਼ਾਇਦ। ਅੱਛਾ, ਹੁਣ ਥੋੜਾ ਜਿਹਾ ਮੈਂ ਇੱਕ ਨਾ ਹਕੀਕਤ ਸਾਹਮਣੇ ਰੱਖਣੀ ਚਾਹੁੰਦਾ ਤੁਹਾਡੇ ਲੋਕਾਂ ਦੇ। ਖੈਰ ਬੱਚਾ ਹੁਣ ਕੋਈ ਵੀ ਨਹੀਂ ਹੈ, ਸਾਰੇ ਜਾਣਦੇ ਨੇ ਬਹੁਤ, ਅਗਰ ਥੋੜਾ ਜਿਹਾ ਰਿਸਰਚ ਕਰਦੇ ਨੇ ਜਾਂ ਥੋੜਾ ਜਿਹਾ ਗੌਰ ਖੌਜ਼ ਕਰਦੇ ਨੇ, ਹਰ ਬੰਦੇ ਨੂੰ ਪਤਾ ਕਿ ਸਾਡੇ ਜਦੋਂ ਇਹਨਾਂ IPPs ਲਗਾਏ ਨੇ, ਇਹ 2 ਹੀ ਖਾਨਦਾਨ ਸਨ ਜਿਨ੍ਹਾਂ ਨੇ ਜ਼ਿਆਦਾ ਲਗਾਏ ਨੇ ਜਾਂ ਜਿਨ੍ਹਾਂ ਦੇ ਹੈ ਨੇ। ਇਹਨਾਂ ਨੇ 4400 ਜਿੰਨੇ ਬਲਕਿ 44000 ਮੈਗਾਵਾਟ, 4400 ਨਹੀਂ 44000 ਮੈਗਾਵਾਟ ਦੇ IPP ਦੀ ਕੈਪੈਸਿਟੀ ਲਗਵਾ ਲਈ। ਕੈਪੈਸਿਟੀ ਪੇਮੈਂਟ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਕਲੀਅਰ ਕਰ ਦਿੰਦਾ ਕੈਪੈਸਿਟੀ ਪੇਮੈਂਟ ਕਿਹਨੂੰ ਕਹਿੰਦੇ ਨੇ। ਫਰਜ਼ ਕਰੇ ਇੱਕ ਯੂਨਿਟ ਜਿਹੜਾ ਉਹ 200 ਕਿਲੋਵਾਟ ਬਣਾ ਰਿਹਾ ਵੇ ਜਾਂ 200 ਮੈਗਾਵਾਟ ਬਣਾ ਰਿਹਾ, ਉਹਦੀ ਕੈਪੈਸਿਟੀ ਕਿੰਨੀ ਆ? 200 ਮੈਗਾਵਾਟ। ਅਗਰ ਅਸੀਂ ਉਹਦੇ ਕੋਲ ਬਿਜਲੀ ਖਰੀਦਨੇ ਆ 5 ਮੈਗਾਵਾਟ ਤੇ ਅਸੀਂ ਉਹਨੂੰ ਪੇਮੈਂਟ ਜਿਹੜੀ ਆ ਉਹ 200 ਮੈਗਾਵਾਟ ਦੀ ਹੀ ਕਰਨੀ ਆ। ਆ ਗਈ ਸਮਝ? ਯਾਨੀ ਜਿਹੜਾ ਇਹਨਾਂ ਮੁਆਹਦਾ ਕੀਤਾ, ਹਾਲਾਂਕਿ ਅਸੂਲ ਦੁਨੀਆ 'ਚ ਇਹ ਨਹੀਂ ਹੈ, ਕਿਸੇ ਮੁਲਕ 'ਚ ਇਸ ਤਰ੍ਹਾਂ ਦਾ ਅਸੂਲ ਨਹੀਂ ਹੈ ਕਿ ਤੁਸੀਂ ਅਗਰ ਚੀਜ਼ 1 ਕਿਲੋ ਖਰੀਦਣੀ ਹੈ ਤੁਸੀਂ ਮਣ ਦੇ ਪੈਸੇ ਦਿਓਗੇ, ਕਤਨ ਨਹੀਂ ਆ। ਇਹ ਸਭ ਮੇਰੇ ਪਿਆਰੇ ਮੁਲਕ 'ਚ ਹੀ ਆ ਕਿ ਤੁਸੀਂ ਅਗਰ 199 ਯੂਨਿਟ ਖਰੀਦਦੇ ਹੋ ਤਾਂ ਉਹਦੀ ਕੀਮਤ ਹੋਰ ਹੋਏਗੀ, ਤੇ ਜਦੋਂ ਤੁਸੀਂ 200 ਖਰੀਦ ਲਓਗੇ ਤੇ ਉਹ ਜਨਾਬ 3 ਗੁਣਾ ਵੱਧ ਜਾਏਗਾ। ਇਸੇ ਤਰ੍ਹਾਂ ਇਹਨਾਂ ਨੇ ਜਿਹੜੇ ਠੇਕੇ ਕੀਤੇ ਜਾਂ ਇਹਨਾਂ ਨੇ ਕੰਟਰੈਕਟ ਕੀਤੇ IPPs ਨਾਲ, ਪ੍ਰਾਈਵੇਟ ਜਿਹੜੇ ਹੈ ਸਿਨ ਅਦਾਰੇ ਕਾਰਖਾਨੇ ਜਿਹੜੇ ਬਿਜਲੀ ਬਣਾਉਂਦੇ ਸੀ, ਉਹਨਾਂ ਨੂੰ ਕਿਹਾ ਨੰਬਰ 1 ਅਸੀਂ ਆਪਣੇ ਡਾਲਰਾਂ 'ਚ ਪੇਮੈਂਟ ਕਰਾਂਗੇ। ਯਾਨੀ ਜਦੋਂ ਇਹ ਕੀਤਾ ਉਦੋਂ ਡਾਲਰ 100 ਰੁਪਏ ਤੋਂ ਵੀ ਥੱਲੇ ਸੀਗਾ, ਹੁਣ ਕਿੰਨੇ ਦਾ? ਹੁਣ 300 ਰੁਪਏ ਤੇ ਆ। ਯਾਨੀ ਡਾਲਰਾਂ 'ਚ ਅਸੀਂ ਪੇਮੈਂਟ ਕਰਾਂਗੇ, ਤੇਲ ਅਸੀਂ ਦੇਵਾਂਗੇ, ਤੁਸੀਂ ਸਿਰਫ ਬਿਜਲੀ ਬਣਾਉਣੀ ਆ। ਅੱਛਾ, ਬਿਜਲੀ ਬਣਾਉਣ ਦਾ ਕੀ ਆ ਕਿ ਤੁਸੀਂ 200 ਵਾਟ ਦਾ ਮੈਗਾਵਾਟ ਦਾ ਅਗਰ ਉਹਨਾਂ ਨਾਲ ਕੰਟੈਕਟ ਕੀਤਾ ਤੇ ਪੇਮੈਂਟ ਇਹਨਾਂ 200 ਮੈਗਾਵਾਟ ਦੀ ਕੀਤੀ ਆ। ਲੇਕਿਨ ਪਿਛਲੇ ਦਿਨਾਂ 'ਚ ਜਿਹੜੀ ਸੈਨੇਟ ਕਮੇਟੀ ਹੈ ਉਹਦੇ ਵਿੱਚ ਜਿਸ ਵੇਲੇ ਇਸ ਮਾਮਲਾ ਉੱਠਿਆ, ਉੱਥੇ ਚੰਦ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਉਹ ਮੈਂ ਤੁਹਾਡੇ ਗੋਸ਼ਗੁਜ਼ਾਰ ਕਰ ਦਿੰਦਾ, ਤੁਸੀਂ ਅੱਗੋਂ ਖੁਦ ਸੋਚ ਲੈਣਾ ਸਾਡੇ ਮੁਲਕ ਦੀ ਤਬਾਹੀ ਦੀ ਵਜ੍ਹਾ ਕੀ ਆ ਔਰ ਸਾਡੇ ਮੁਲਕ ਦੀ ਤਬਾਹੀ ਔਰ ਸਾਡੀ ਕੌਮ ਦੀ ਤਬਾਹੀ ਕਿੱਥੋਂ ਲੈਣ ਡਈ ਆ। ਸਾਡੇ ਗਲਾਂ 'ਚ ਕੱਪੜੇ ਔਰ ਪੈਰਾਂ 'ਚ ਜੁੱਤੀਆਂ ਕਿਉਂ ਨਹੀਂ ਆ ਰਹੀਆਂ, ਉਹਦੀ ਵਜ੍ਹਾ ਬਹੁਤ ਵੱਡੀ ਆ ਸਾਹਮਣੇ ਦੇਖ ਲਓ ਕਿ ਇਹ ਜਿੰਨੇ ਇਹਨਾਂ ਨੇ IPPs ਲਗਾਏ ਉਹਨਾਂ ਦੀ ਕੈਪੈਸਿਟੀ ਸੀ, ਉਹ ਇਹਨਾਂ ਨੇ ਡਿਮਾਂਡ ਕੀਤੀ ਜਾਂ ਕੰਟਰੈਕਟ ਕੀਤਾ ਜਾਂ ਮੁਆਹਦਾ ਕੀਤਾ, ਉਹ ਹੈ 44000 ਮੈਗਾਵਾਟ। ਜਦੋਂ ਕਿ ਪਾਕਿਸਤਾਨ ਨੂੰ ਟੋਟਲ ਗਰਮੀ ਦੇ ਵਿੱਚ ਜਦੋਂ AC ਵਗੈਰਾ ਵੀ ਚੱਲਦੇ ਨੇ, ਸਾਰੇ ਚੱਲ ਰਹੇ ਹੁੰਦੇ ਆ, ਉਦੋਂ ਇਹਨਾਂ ਦੀ ਜ਼ਰੂਰਤ ਸੀ 26000 ਮੈਗਾਵਾਟ। ਯਾਨੀ 20000 ਮੈਗਾਵਾਟ ਦਾ ਅਜ਼ਾਫੀ ਇਹਨਾਂ ਠੇਕਾ ਕਰ ਲਿਆ, ਜਿਹੜੀ ਇਹਨਾਂ ਲੈਣੀ ਵੀ ਨਹੀਂ ਸੀ ਔਰ ਉਹਨਾਂ ਬਣਾਉਣੀ ਵੀ ਨਹੀਂ ਸੀ। ਔਰ ਉਹ 20000 ਮੈਗਾਵਾਟ ਦਾ ਜਿਹੜਾ ਪੇਮੈਂਟ ਆ ਉਹ ਅਸੀਂ ਕਰਨੀ ਆ। ਤੁਸੀਂ ਇਹ ਬਿਜਲੀ ਲਓ ਜਾਂ ਨਾ ਲਓ, ਬਣਾਏ ਜਾਂ ਨਾ ਬਣਾਏ, ਇਹਨੂੰ ਕਹਿੰਦਾ ਕੈਪੈਸਿਟੀ ਚਾਰਜਸ। ਇਹਨਾਂ ਨੇ ਕੈਪੈਸਿਟੀ ਚਾਰਜਸ ਸਾਡੇ ਉੱਤੇ ਇੰਨਾ ਠੋਕ ਦਿੱਤਾ, ਇੰਨੇ ਲੱਦ ਦਿੱਤੇ ਕਿ ਸਾਡੇ ਮੁਲਕ ਤੋਂ ਔਰ ਸਾਡੇ ਆਵਾਮ ਤੋਂ ਉਹ ਕੈਪੈਸਿਟੀ ਚਾਰਜਸ ਹੀ ਨਹੀਂ ਲੈਂਦੇ ਪਏ। ਉਹ ਕੈਪੈਸਿਟੀ ਪੇਮੈਂਟਾਂ ਕਰਕੇ ਖਜ਼ਾਨਾ ਖਾਲੀ ਕਰ ਲਿਆ, ਲੇਕਿਨ ਇਹਨਾਂ ਦਾ ਖਜ਼ਾਨਾ ਤੇ ਆਪਣਾ ਭਰੀ ਜਾਣ ਡਿਆ, ਕਿਉਂਕਿ ਸਾਰੇ ਜਿਹੜੇ ਹੈ IPPs
ਜਾਂ ਜਿੰਨੇ ਪ੍ਰਾਈਵੇਟ ਬਿਜਲੀ ਘਰ ਨੇ ਉਹ ਸਾਰੇ ਜਾਂ ਇਹਨਾਂ ਦੋਹਾਂ ਖਾਨਦਾਨਾਂ ਦੇ ਨੇ, ਜਾਂ ਕੋਈ ਬਿਊਰੋਕਰੇਟ ਹੋਏਗਾ, ਜਾਂ ਕੋਈ ਇਸ ਤਰ੍ਹਾਂ ਦੇ ਕੋਈ ਲੋਕ ਹੋਣਗੇ ਜਿਹੜੇ ਵੱਡੇ ਵੱਡੇ ਲੋਕ ਨੇ, ਜਾਂ ਕੁਝ ਸੁਣਿਆ ਕਿ ਚਾਈਨਾ ਦੇ ਇੱਕ ਦੋ ਨੇ ਵੀ ਸ਼ਾਮਲ। ਉਹ ਸਾਰਾ ਪੈਸਾ ਕਿਹਨੂੰ ਆ ਰਿਹਾ? ਇਹਨਾਂ ਨੂੰ ਆ ਰਿਹਾ। ਔਰ ਜੋ ਇਹ ਕਰ ਰਹੇ ਨੇ ਉਹਦਾ ਫਾਇਦਾ ਕਿਹਨਾਂ ਨੂੰ ਹੋਇਆ? ਇਹਨਾਂ ਨੂੰ ਹੋਇਆ। ਨੁਕਸਾਨ ਕਿਹਨੂੰ ਹੋਇਆ? ਪੂਰੇ ਪਾਕਿਸਤਾਨ ਨੂੰ ਹੋਇਆ। ਹੋਰ ਕਿਹਨੂੰ ਨੁਕਸਾਨ ਹੋਇਆ? ਇੰਡਸਟਰੀ ਬੈਠ ਗਈ, ਘਰਾਂ 'ਚ ਲੋਕਾਂ को ਬਿਜਲੀ ਦੇ ਬਿੱਲ ਨਹੀਂ ਦਿੱਤੇ ਜਾਣ ਡੇ, ਇੰਨੀ ਤਬਾਹੀ ਲਾਤੀ ਆ। ਔਰ ਅਗਰ ਕੋਈ ਵਿਚਾਰੇ ਥੋੜੇ ਬਹੁਤੇ ਕੋਸ਼ਿਸ਼ ਕਰਦੇ ਸੀ ਕਿ ਸੋਲਰ ਸਿਸਟਮ ਲਵਾ ਲਈਏ, ਬਿਜਲੀ ਤੇ ਸ਼ਾਇਦ ਬਚਤ ਹੋ ਜਾਏ, ਤੇ ਸੋਲਰ ਸਿਸਟਮ ਤੇ ਇਹਨਾਂ ਪਾਬੰਦੀਆਂ ਲਾਉਣੀ ਸ਼ੁਰੂ ਕਰਤੀਆਂ। ਹੁਣ ਓਗਰਾ ਨੇ ਮਾਸ਼ਾਅੱਲਾ, ਓਗਰਾ ਨਹੀਂ ਸਾਰੀ ਜਿਹੜੇ ਬਿਜਲੀ ਦਾ ਮਹਿਕਮਾ ਕੰਟਰੋਲ ਕਰਦਾ, ਮੈਨੂੰ ਪਤਾ ਨਹੀਂ ਉਹਦਾ ਨਾਂ ਕੀ ਹੈ, ਉਹਨੇ ਜਨਾਬ ਉਹ ਪਾਬੰਦੀ ਲਗਾਤੀ ਕਿ ਸਾਡੇ ਕੋਲ ਪਹਿਲੇ ਇਜਾਜ਼ਤ ਲਓ, ਸਾਡੇ ਕੋਲ ਸਰਟੀਫਿਕੇਟ ਲਓ ਤੁਸੀਂ ਅਗਰ ਤੁਹਾਂ ਸੋਲਰ ਸਿਸਟਮ ਲਗਾਉਣਾ ਤੇ। ਲੋ ਜੀ, ਇਹ ਸਾਡੀ ਗਵਰਨਮੈਂਟ ਦਾ, ਇਹ ਇਸ ਕੌਮ ਦੇ ਨਾਲ, ਇਹ ਪਾਕਿਸਤਾਨ ਦੀ ਹਕੂਮਤ ਦਾ ਪਾਕਿਸਤਾਨੀਆਂ ਦੇ ਨਾਲ ਇਹ ਰਵੱਈਆ ਵਾ। ਰਵੱਈਆ ਹੋਣਾ ਵੀ ਚਾਹੀਦਾ, ਕਿਉਂਕਿ ਇਹ ਕਿਹੜੇ ਸਾਡੇ ਵੋਟਾਂ ਨਾਲ ਆਏ ਨੇ। ਉਸ ਤੋਂ ਬਾਅਦ ਕੋਲੰਬੋ ਦੇ ਵਿੱਚ ਸੁਣਿਆ ਕਿ ਪਾਕਿਸਤਾਨ ਤੇ ਇੰਡੀਆ ਦੇ ਬੈਕਡੋਰ ਮੁਜ਼ਾਕਰਾਤ ਹੋ ਰਹੇ ਨੇ। ਦੇਖੋ, ਇਹ ਬੁਰੀ ਚੀਜ਼ ਨਹੀਂ ਹੈ। ਦੋ ਦੋਸਤ ਹੋਣ ਉਹ ਮੁਜ਼ਾਕਰਾਤ ਕਰਦੇ ਰਹਿੰਦੇ ਨੇ, ਗੱਲਬਾਤ ਕਰਦੇ ਨੇ, ਗੱਪਸ਼ਪ ਕਰਦੇ ਨੇ। ਅਗਰ ਦੋ ਦੁਸ਼ਮਣ ਵੀ ਹੋਣ, ਉਹਨਾਂ ਨੂੰ ਵੀ ਗੱਲਬਾਤ ਕਰਨ 'ਚ ਜਾਂ ਗੁਫ਼ਤਗੂ ਕਰਨ 'ਚ ਜਾਂ ਇੱਕ ਦੂਸਰੇ ਨਾਲ ਕੋਈ ਮਾਮਲਾਤ ਦੇਖਣ ਭਾਲਣ ਦੇ ਵਾਸਤੇ ਗੱਲ ਕਰਨ 'ਚ ਕੋਈ ਹਰਜ ਨਹੀਂ ਹੈ, ਬੁਰਾਈ ਨਹੀਂ ਹੈ, ਬੁਰਾ ਨਹੀਂ ਹੈ। ਲੇਕਿਨ ਛੁਪ ਕੇ ਕਰਨ ਦੀ ਕੀ ਜ਼ਰੂਰਤ ਆ? ਅਸੀਂ ਇੰਡੀਆ ਦੇ ਕਾਣੇ ਆ, ਅਸੀਂ ਇੰਡੀਆ ਦੇ ਬਤੈਤ ਆ, ਅਸੀਂ ਮੋਦੀ ਦੇ ਜ਼ਰ ਖਰੀਦ ਆ। ਕਿਉਂ ਛੁਪ ਛੁਪ ਕੇ ਹੋਣ ਡਿਆ? ਲੋਕਾਂ ਦੇ ਸਾਹਮਣੇ ਕਰਨਾ ਚਾਹੀਦਾ, ਔਰ ਸਾਰੇ ਟੀਵੀਆਂ ਤੇ ਖਬਰ ਚੱਲਣੀ ਚਾਹੀਦੀ ਹੈ ਕਿ ਕੋਲੰਬੋ ਤੇ ਅਸੀਂ ਉਹਨਾਂ ਨੂੰ ਮੁਜ਼ਾਕਰਾਤ ਕਰ ਰਹੇ ਹਾਂ ਔਰ ਸਾਡਾ ਏਜੰਡਾ ਆਇਆ। ਇਹ 'ਚ ਕੀ ਮੁਸ਼ਕਿਲ ਹੈ ਐਡਾ? ਲੇਕਿਨ ਇਹ ਆਦਤ ਆ ਸਾਡੀਆਂ ਹਕੂਮਤਾਂ ਦੀ ਕਿ ਇਹਨਾਂ ਨੇ ਜੋ ਵੀ ਕਰਨਾ ਚੋਰੀ ਕਰਨਾ, ਜੋ ਕਰਨਾ ਛੁਪ ਕੇ ਕਰਨਾ, ਜੋ ਕਰਨਾ ਮੁਲਕ ਨੂੰ, ਕੌਮ ਨੂੰ ਉਸ ਤੋਂ ਬੇਖਬਰ ਰੱਖ ਕੇ ਕਰਨਾ। ਉਸ ਤੋਂ ਬਾਅਦ ਦੇਖ ਲੈਂਦੇ ਆ ਕਿ ਸੁਪਰਡੈਂਟ ਜੇਲ੍ਹ ਨੇ ਇੱਕ ਰਿਪੋਰਟ ਪੇਸ਼ ਕੀਤੀ ਹਾਈ ਕੋਰਟ 'ਚ, ਅਡਿਆਲਾ ਵਾਲੇ ਨੇ, ਕਿ ਜਨਾਬ ਅਸੀਂ ਇਮਰਾਨ ਖਾਨ ਦਾ ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਇਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਕਦੀ ਤਾਂ ਸੱਚੀ ਗੱਲ ਕਰ ਲੈਣੀ ਚਾਹੀਦੀ ਆ। ਇਹ ਵੀ ਸਿਆਸਤਦਾਨ ਹੋ ਗਏ ਨੇ ਸਾਡੇ ਅਫਸਰ ਵੀ, ਇਹਨਾਂ ਨੂੰ ਸੱਚੀ ਗੱਲ ਕਰ ਦੇਣੀ ਚਾਹੀਦੀ ਵੀ ਹਾਲਤ ਕੀ ਆ, ਉਹਦਾ ਹਾਲ ਕੀ ਆ। ਨਾ, ਹਰ ਜਗ੍ਹਾ ਝੂਠ ਬੋਲਦੇ ਨੇ। ਔਰ ਕਦੀ ਖੁਦਾ ਨ ਖਾਸਤਾ ਕਦੀ ਇਹੋ ਜਿਹਾ ਵਕਤ ਇਹਨਾਂ ਤੇ ਆਇਆ, ਫਿਰ ਇਹਨੂੰ ਪਤਾ ਲੱਗਿਆ ਕੀ ਸੁਭਾਅ ਵਿਖਦੀ ਹੈ। ਅੱਛਾ, ਈਰਾਨ ਤੇ ਅਮਰੀਕਾ ਦੀ ਲੜਾਈ ਵਿੱਚ ਅਮਰੀਕਾ ਵੀ ਰੋਈ ਜਾਣ ਡਿਆ, ਮੇਰੇ ਨਾਲ ਬੜੀ ਜ਼ਿਆਦਤੀ ਹੋ ਗਈ ਆ, ਈਰਾਨ ਨੇ ਇਹ ਕਰਤਾ, ਈਰਾਨ ਨੇ ਆਹ ਕਰਤਾ। ਹਾਲਾਂਕਿ ਈਰਾਨ ਤੇ ਸਭ ਤੋਂ ਜ਼ਿਆਦਾ ਨੁਕਸਾਨ ਈਰਾਨ ਦਾ ਹੋਇਆ। ਉਸ ਤੋਂ ਬਾਅਦ ਅਗਰ ਵੀ ਕਿਸੇ ਮੁਲਕ ਦਾ ਹੋਇਆ ਤਾਂ ਉਸ ਤੋਂ ਬਾਅਦ ਹੋਇਆ। ਲੇਕਿਨ ਕੀ ਮਜਾਲ ਆ ਬਈ ਇਹ ਅਮਰੀਕਾ ਰੋਣੋਂ ਹਟ ਜਾਏ, ਕਿਉਂਕਿ ਕਦੀ ਵੀ ਅਮਰੀਕਾ ਆਪਣੀ ਗਲਤੀ ਤਸਲੀਮ ਨਹੀਂ ਕਰੇਗਾ, ਕਦੀ ਇਸਰਾਈਲ ਆਪਣੀ ਗਲਤੀ ਤਸਲੀਮ ਨਹੀਂ ਕਰੇਗਾ, ਕਦੀ ਵੀ ਇੰਡੀਆ ਆਪਣੀ ਗਲਤੀ ਤਸਲੀਮ ਨਹੀਂ ਕਰੇਗਾ। ਕਿਉਂਕਿ ਉਹਨਾਂ ਦੀ ਸਰਿਸ਼ਟ 'ਚ ਇੱਕੋ ਚੀਜ਼ ਸ਼ਾਮਲ ਆ ਕਿ ਤੁਸੀਂ ਜਿੰਨਾ ਖੱਪ ਕਰੋਗੇ, ਜਿੰਨਾ ਪ੍ਰੋਪੇਗੰਡਾ ਕਰੋਗੇ, ਤੁਸੀਂ ਉਨਾ ਕਾਮਯਾਬ ਹੋਵੋਗੇ। ਔਰ ਇਹਨਾਂ ਚੀਜ਼ਾਂ ਨੂੰ ਸਿੱਖ ਕੇ ਅੱਗੇ ਹੋਰ ਵੀ ਬਹੁਤ ਸਾਰੀਆਂ ਹਕੂਮਤਾਂ ਇਸੇ ਕੰਮ ਤੇ ਚੱਲ ਪਈਆਂ, ਝੂਠੋ ਝੂਠ 44 ਝੂਠ ਬੋਲੀ ਜਾਓ ਤੇ ਲੋਕਾਂ ਨੂੰ ਬੇਵਕੂਫ ਬਣਾਏ ਜਾਓ। ਅੱਲਾਹ ਹਾਫਿਜ਼, अस्सलाम वालेकुम।